ज्यों बुलावे त्यों बोले स्वामी। कुदरत कवन हमारी, साध संग नानक जस गायो। जो प्रभ की अत प्यारी, धन वाहिगुरु साहिब जीओ। श्लोक महला पहला। जे कर सूतक मन्निए, सब तैं सूतक होए। गोहे अतै लकड़ी अंदर कीड़ा होए। जेते दाने अन्न के जियां बाज न कोय। पहला पानी जियो है, जित हरिया सब कोय। सूतक क्यों कर रखिए, सूतक पवै रसोए। नानक सूतक एव ना उतरै, ज्ञान उतारे धोए। सूतक क्यों कर रखिए, सूतक पवै रसोए। नानक सूतक एव न उतरै, ज्ञान उतारै धोए। वाहिगुरु जी का खालसा, वाहिगुरु जी की फतेह। चबर छत्र तख्त दे मालक, हाजरा हजूर जाहरा जहूर सरब कला भरपूर। समर्थ सतगुरु श्री गुरु ग्रंथ साहिब सच्चे पातशाह, सतगुरां दी पावन पवित्र मुकद्दस हजूरी दे विच बड़े प्रेम नाल जुड़मिल बैठे गुरु सवारिओ, वडभागे हो अमृत वेले दे दीवानां दीयां हाजरियां भरदियां होइयां। हजूरी रागी भाई साहब भाई सुरजीत सिंह जी, तिन्हां दे जथे पासों आप जी ने अमृतमयी बाणी आसा की वार दा कीर्तन सरवण कीता है। आओ अगले समय दे लई आसा की वार दी पवित्र बाणी दी चल रही लड़ीवार कथा विचार दे नाल ਆਪਣੀਆਂ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। ਅਤੇ ਜਿੱਥੇ ਅੱਜ ਆਪਾਂ ਲੜੀਵਾਰ ਸ਼ਬਦ ਦੀ ਵਿਚਾਰ ਦੀ ਸਾਂਝ ਕਰਨੀ ਹੈ, ਅੱਜ ਸਾਹਿਬ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰਾਂ ਦੇ ਲਖਤੇ ਜਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਤਿਨਾਂ ਦਾ ਪਾਵਨ ਜਨਮ ਦਿਹਾੜਾ ਹੈ। ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਤਿਨਾਂ ਦੇ ਮਹਾਨ ਜੀਵਨ ਵਿੱਚੋਂ ਵੀ ਕੁਝ ਬਚਨ ਆਪ ਜੀ ਨਾਲ ਸਾਂਝੇ ਕਰਨੇ ਨੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਮੁੱਚੀ ਸੰਗਤ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਰਸਨਾ ਨੂੰ ਕਰੋ ਪਵਿੱਤਰ। ਸਾਰੇ ਜਪੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ।
ਸਾਧ ਸੰਗਤ ਜਦੋਂ ਸੰਸਾਰ ਦੇ ਵਿੱਚ ਆਪਾਂ ਨਜ਼ਰ ਮਾਰਾਂਗੇ ਤੇ ਇੱਕ ਚੀਜ਼ ਤੁਸੀਂ ਨੋਟ ਕਰਿਓ, ਕੁਝ ਲੋਕ ਇਸ ਗੱਲ ਕਰਕੇ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੇ ਨੇ, ਇਸ ਕਰਕੇ ਸਤਿਕਾਰ ਦੇ ਪਾਤਰ ਬਣ ਜਾਂਦੇ ਹਨ ਕਿ ਇਹਨਾਂ ਦੇ ਬਜ਼ੁਰਗਾਂ ਨੇ ਬਹੁਤ ਨੇਕ ਕਮਾਈ ਕੀਤੀ, ਬੜੇ ਚੰਗੇ ਕਰਮ ਕੀਤੇ, ਸਮਾਜ ਦੇ ਭਲੇ ਵਾਸਤੇ, ਸੰਸਾਰ ਦੇ ਭਲੇ ਵਾਸਤੇ ਕਰਮ ਕੀਤੇ। ਇਸ ਕਰਕੇ ਬਜ਼ੁਰਗਾਂ ਦੀ ਕੀਤੀ ਹੋਈ ਕਮਾਈ ਦੇ ਕਰਕੇ ਕੁਝ ਲੋਕਾਂ ਨੂੰ ਮਾਣ ਅਤੇ ਸਤਿਕਾਰ ਮਿਲਦਾ ਹੈ। ਇਹ ਪਹਿਲੀ ਕਿਸਮ ਹੈ। ਦੂਜੀ ਕੈਟਾਗਰੀ ਆਪਾਂ ਉਹ ਕਹਿ ਸਕਦੇ ਹਾਂ ਵੀ ਜਿਨ੍ਹਾਂ ਦੇ ਬਜ਼ੁਰਗਾਂ ਨੇ ਤੇ ਕੋਈ ਬਹੁਤੀ ਘਾਲਣਾ ਨਹੀਂ ਘਾਲੀ, ਪਰ ਉਹਨਾਂ ਨੇ ਆਪ ਬਹੁਤ ਚੰਗੇ ਕੰਮ ਕੀਤੇ ਹਨ। ਵਰਤਮਾਨ ਸਮੇਂ ਵਿੱਚ ਚੰਗੇ ਕੰਮ ਉਹਨਾਂ ਨੇ ਕੀਤੇ ਨੇ, ਇਸ ਕਰਕੇ ਉਹਨਾਂ ਲੋਕਾਂ ਨੂੰ ਲੋਕ ਜਿਹੜੇ ਨੇ ਬਹੁਤ ਚੰਗਾ ਕਹਿੰਦੇ ਨੇ, ਵਡਿਆਈ ਦਿੰਦੇ ਨੇ, ਉਹਨਾਂ ਦੀ ਸਲਾਹੁਤਾ ਹੁੰਦੀ ਹਰ ਪਾਸੇ। ਤੇ ਤੀਜੀ ਕੈਟਾਗਰੀ ਆਪਾਂ ਉਹਨਾਂ ਦੀ ਮੰਨ ਲੈਂਦੇ ਵੀ ਜਿਨ੍ਹਾਂ ਦੇ ਬਜ਼ੁਰਗਾਂ ਨੇ ਵੀ ਕੋਈ ਚੰਗਾ ਕੰਮ ਨਹੀਂ ਕੀਤਾ, ਕੋਈ ਵਡਿਆਈ ਵਾਲਾ ਕੰਮ ਨਹੀਂ ਕੀਤਾ, ਕੋਈ ਸ਼ਲਾਘਾਯੋਗ ਕੰਮ ਨਹੀਂ ਕਰ ਸਕੇ, ਆਪਣੀ ਸਧਾਰਨ ਜ਼ਿੰਦਗੀ ਜੀ ਕੇ ਚਲੇ ਗਏ। ਉਹਨਾਂ ਨੇ ਆਪ ਵੀ ਕੋਈ ਚੰਗਾ ਬਹੁਤਾ ਵੱਡਾ ਮਾਰਕਾ ਨਹੀਂ ਮਾਰਿਆ, ਪਰ ਉਹਨਾਂ ਦੀ ਜਿਹੜੀ ਔਲਾਦ ਹੈ, ਅਗਲੀ ਪੀੜ੍ਹੀ, ਉਹਨੇ ਕੋਈ ਬਹੁਤ ਵੱਡਾ ਸ਼ਲਾਘਾਯੋਗ ਕਾਰਜ ਕਰ ਦਿੱਤਾ ਤੇ ਇਸ ਕਰਕੇ ਉਹਨਾਂ ਨੂੰ ਮਾਣ, ਸਤਿਕਾਰ ਤੇ ਵਡਿਆਈ ਮਿਲ ਰਹੀ ਹੈ। ਇਹ ਤਿੰਨ ਤਰ੍ਹਾਂ ਦਾ ਜੀਵਨ ਸਾਡੇ ਸਾਹਮਣੇ ਹੈ। ਪਰ ਜਦੋਂ ਆਪਾਂ ਸਾਹਿਬ ਕਮਾਲ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਪੜ੍ਹਾਂਗੇ, ਕਿਆ ਕਮਾਲ ਦਾ ਜੀਵਨ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ, ਮਹਾਰਾਜ ਜੀ ਦੇ ਪਿਤਾ ਜੀ, ਦਾਦਾ ਜੀ, ਪੜਦਾਦਾ ਜੀ, ਜਿੱਥੋਂ ਤੱਕ ਪੀੜ੍ਹੀ ਸ਼ੁਰੂ ਹੋਈ, ਜਿੱਥੋਂ ਸ਼ੁਰੂ ਹੋਈ ਤੇ ਜਿੱਥੇ ਜਾ ਕੇ ਪੀੜ੍ਹੀ ਸਮਾਪਤ ਹੁੰਦੀ ਹੈ, ਜੀਵਨ ਬਿਉਰਾ ਪੜ੍ਹ ਕੇ ਵੇਖੋ, ਤੁਸੀਂ ਹੈਰਾਨ ਹੋ ਜਾਵੋਗੇ ਵੀ ਏਡੀ ਵੱਡੀ ਕਰਨੀ ਜਿਹਦੀ ਕਿਤੇ ਮਿਸਾਲ ਨਹੀਂ ਮਿਲਦੀ। ਕਲਗੀਧਰ ਮਹਾਰਾਜ, ਜਿਨ੍ਹਾਂ ਨੂੰ ਆਪਾਂ ਸਾਹਿਬ ਕਮਾਲ ਸਰਬੰਸ ਦਾਨੀ ਦੇ ਨਾਂ ਨਾਲ ਵੀ ਚੇਤੇ ਕਰਦੇ ਹਾਂ, ਸ਼ਹੀਦ ਪਿਤਾ ਦੇ ਪੁੱਤਰ ਤੇ ਸ਼ਹੀਦ ਪੁੱਤਰਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ। ਜਦੋਂ ਆਪਾਂ ਸਤਿਗੁਰੂ ਦਾ ਜੀਵਨ ਪੜ੍ਹਨ ਲੱਗਦੇ ਹਾਂ ਤੇ ਬੜੇ ਫਖਰ ਨਾਲ ਅਸੀਂ ਕਹਿੰਦੇ ਹਾਂ ਕਿ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੁਨੀਆ ਦੇ ਵਿੱਚ ਐਸੀ ਸ਼ਖਸੀਅਤ ਹੈ ਜਿਹਦਾ ਕੋਈ ਵੀ ਮੁਕਾਬਲਾ ਕਰ ਨਹੀਂ ਸਕਦਾ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਦੀ ਗੱਲ ਕਰੀਏ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ, ਜਿਨ੍ਹਾਂ ਵਰਗੀ ਕੁਰਬਾਨੀ ਕਿਸੇ ਦੇ ਹਿੱਸੇ ਨਹੀਂ ਆਈ, ਏਡੀ ਵੱਡੀ ਕੁਰਬਾਨੀ ਉਹਨਾਂ ਨੇ ਕੀਤੀ। ਉਸ ਕੁਰਬਾਨੀ ਦੇ ਸਦਕਾ, ਉਸ ਸ਼ਹਾਦਤ ਦੇ ਸਦਕਾ ਅੱਜ ਬਹੁਤ ਵੱਡੀ ਤਾਦਾਦ ਵਿੱਚ ਹਿੰਦੂ ਵੀਰ, ਸਨਾਤਨ ਵੀਰ ਜੇ ਆਪਣੇ ਧਰਮ ਕਰਮ ਕਰ ਰਹੇ ਨੇ, ਧਾਰਮਿਕ ਆਜ਼ਾਦੀ ਉਹ ਮਾਣ ਰਹੇ ਨੇ, ਤਾਂ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਕੁਰਬਾਨੀ ਦੇ ਸਦਕਾ ਹੈ। ਕੁਰਬਾਨੀ ਦੇ ਸਦਕਾ, ਨਹੀਂ ਤਾਂ ਅੱਜ ਹਾਲਾਤ ਕੁਝ ਹੋਰ ਹੋਣੇ ਸਨ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ। ਤੇ ਜੇਕਰ ਦਾਦਾ ਜੀ ਦੀ ਗੱਲ ਕਰ ਲਈਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੀ ਵੀ ਕੋਈ ਮਿਸਾਲ ਨਹੀਂ ਮਿਲਦੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ
ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਕੋਈ ਮਿਸਾਲ ਹੀ ਹੈ ਨਹੀਂ। ਦਲ ਭੰਜਨ, ਵੱਡ ਸੂਰਮਾ, ਬਹੁਤ ਵੱਡੇ ਯੋਧੇ ਤੇ ਪਰਉਪਕਾਰੀ ਸਤਿਗੁਰੂ ਛੇਵੇਂ ਪਾਤਸ਼ਾਹ, ਜਿਨ੍ਹਾਂ ਨੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਕੇ ਭਗਤੀ ਤੇ ਸ਼ਕਤੀ ਦਾ ਸੁਮੇਲ ਕਰਕੇ ਬਹੁਤ ਵੱਡੀ ਅਗਵਾਈ ਕੌਮ ਨੂੰ ਬਖਸ਼ਿਸ਼ ਕੀਤੀ। ਇਹ ਦਾਦਾ ਜੀ ਦਾ ਜੀਵਨ ਹੈ, ਜਿਨ੍ਹਾਂ ਨੇ ਉਸ ਸਮੇਂ 4 ਜੰਗਾਂ ਲੜ ਕੇ ਤੇ ਮੁਗਲਾਂ ਦੇ ਮੂੰਹ ਪੁਆ ਕੇ ਰੱਖ ਦਿੱਤੇ ਸਨ। ਹੁਣ ਪਿਤਾ ਜੀ ਦੀ ਕਰਨੀ ਬਹੁਤ ਵੱਡੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰੂਪ ਦੇ ਵਿੱਚ। ਦਾਦਾ ਜੀ ਦੀ ਕਰਨੀ ਬਹੁਤ ਮਹਾਨ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਦੇ ਵਿੱਚ। ਜੇ ਪੜਦਾਦਾ ਜੀ ਦੀ ਗੱਲ ਕਰਾਂਗੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਤਾਂ ਉਹਨਾਂ ਦੀ ਵੀ ਕੋਈ ਮਿਸਾਲ ਨਹੀਂ ਮਿਲਦੀ। ਉਹਨਾਂ ਦੇ ਪਰਥਾਏ ਵੀ ਭੱਟਾਂ ਨੇ ਆਖਿਆ ਸੀ, ਭੰਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰੀ ਹਨ ਗੁਰੂ ਅਰਜਨ ਸਾਹਿਬ ਮਹਾਰਾਜ। ਜੇਕਰ ਦਾਦਾ ਜੀ ਦੇ ਦਾਦਾ ਜੀ ਦੀ ਗੱਲ ਕਰੀਏ, ਗੁਰੂ ਰਾਮਦਾਸ ਮਹਾਰਾਜ, ਕੋਈ ਮਿਸਾਲ ਨਹੀਂ ਹੈ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ, ਰਾਖੋ ਸ਼ਰਨਾਈ ਸਾਰੀ ਲੁਕਾਈ। ਉਹਨਾਂ ਦੀ ਸ਼ਰਨ ਵਿੱਚ ਆ ਕੇ ਮਹਾਰਾਜ ਦੇ ਕੋਲੋਂ ਸੁੱਖ ਮੰਗਦੀ ਹੈ। ਐਸੀ ਮਹਾਨ ਕਰਨੀ ਦੇ ਮਾਲਕ। ਹੁਣ ਐਡਾ ਵੱਡਾ ਪਿਛੋਕੜ ਹੈ, ਵੇਖੋ ਕਲਗੀਧਰ ਮਹਾਰਾਜ ਜੀ ਦਾ। ਤੇ ਜੇ ਸਤਿਗੁਰੂ ਜੀ ਦੀ ਅਗਲੀ ਪੀੜ੍ਹੀ ਦੀ ਗੱਲ ਕਰਾਂਗੇ, ਜਿਸ ਵਿੱਚ 4 ਸਾਹਿਬਜ਼ਾਦਿਆਂ ਦੀ ਗੱਲ ਆਉਂਦੀ ਹੈ, 4 ਸਾਹਿਬਜ਼ਾਦਿਆਂ ਦੀ। ਹੁਣ ਐਡਾ ਵੱਡਾ ਪਿਛੋਕੜ ਹੈ, ਜਿੱਥੇ ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ। ਐਡਾ ਵੱਡਾ ਪਿਛੋਕੜ, ਐਡਾ ਵੱਡਾ ਕਰਹਾਣਾ। ਇੱਥੋਂ ਫਿਰ ਪੈਦਾਇਸ਼ ਹੋਈ 4 ਸਾਹਿਬਜ਼ਾਦਿਆਂ ਦੀ, ਤੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਨਾਲ ਐਸਾ ਰੰਗ ਭਰ ਦਿੱਤਾ ਸਿੱਖੀ ਦੇ ਅੰਦਰ ਕਿ ਉਹ ਰੰਗ ਜਿਹੜਾ ਹੈ ਕਦੇ ਵੀ ਫਿੱਕਾ ਨਹੀਂ ਪੈ ਸਕਦਾ। ਐਸੀ ਕੁਰਬਾਨੀ, ਐਸੀ ਲਾਮਿਸਾਲ ਸ਼ਹਾਦਤ ਸਾਹਿਬਜ਼ਾਦਿਆਂ ਦੀ, ਜਿਹੜੀ ਦੁਨੀਆ ਦੇ ਤਖਤੇ ਤੇ ਕਿਤੇ ਹੋਰ ਐਸੀ ਉਦਾਹਰਨ ਤੁਹਾਨੂੰ ਮਿਲ ਹੀ ਨਹੀਂ ਸਕਦੀ। ਜਦੋਂ ਜ਼ਿੰਦਗੀ ਦੇ ਕਈ ਰਾਹ ਖੁੱਲ੍ਹੇ ਹੋਣ, ਪਰ ਸਾਰੇ ਰਸਤਿਆਂ ਨੂੰ ਛੱਡ ਕੇ ਕੁਰਬਾਨੀ ਵਾਲਾ, ਸ਼ਹਾਦਤ ਵਾਲਾ ਰਾਹ ਚੁਣਿਆ ਜਾਏ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਪਿਤਾ ਜੀ, ਦਾਦਾ ਜੀ, ਪੜਦਾਦਾ ਜੀ ਤੇ ਸਾਰੀ ਅੱਗੇ ਕੁੱਲ ਪੀੜ੍ਹੀ ਜਿਹੜੀ ਹੈ, ਉਹ ਅਤੀ ਸਤਿਕਾਰਯੋਗ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਆਪਣੀ ਕਮਾਈ ਬੜੀ ਵੱਡੀ ਹੈ। ਜੋਗੀ ਅੱਲਾ ਯਾਰ ਖਾਂ ਲਿਖਦੇ ਨੇ, ਕਹਿੰਦੇ ਜਦੋਂ ਮੈਂ ਦੁਨੀਆ ਦੇ ਕੁੱਲ ਰਹਿਬਰ ਤੱਕੇ, ਵੱਡੇ ਵੱਡੇ ਰਿਸ਼ੀ ਮੁਨੀ, ਜਪ ਤਪ ਬੰਦਗੀ ਭਗਤੀ ਵਾਲੇ, ਇੱਕ ਪਾਸੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜ੍ਹਿਆ। ਫਿਰ ਆਪਣੀ ਕਲਮ ਚੁੱਕਦੇ ਨੇ, ਇੱਕ ਗੱਲ ਲਿਖ ਦਿੰਦੇ ਨੇ, ਕਹਿੰਦੇ ਇਨਸਾਫ करे जी में जमाना तो यकीन है, कह दो कि गुरु गोबिंद सिंह का कुसानी ही नहीं है। ਕਹਿੰਦੇ ਗੱਲ ਤੁਹਾਨੂੰ ਮੰਨਣੀ ਪਵੇਗੀ ਕਿ ਗੁਰੂ ਗੋਬਿੰਦ ਸਿੰਘ ਦਾ ਕੋਈ ਬਰਾਬਰੀ ਕਰਨ ਵਾਲਾ, ਉਹਨਾਂ ਦਾ ਸਾਨੀ ਅਜੇ ਤੱਕ ਕੋਈ ਨਹੀਂ ਹੋਇਆ। ਫਿਰ ਕਹਿੰਦੇ ਨੇ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੋਬਿੰਦ ਸਿੰਘ ਕੀ वो कम है। ਕਹਿੰਦੇ ਜਿੰਨੀ ਵੀ ਤਾਰੀਫ ਕਰੀਏ ਉਨੀ ਥੋੜੀ ਹੈ, ਜਿੰਨੀ ਵੀ ਤਾਰੀਫ ਕਰਾਂਗੇ ਓਨੀ ਹੀ ਥੋੜੀ ਹੈ। ਫਿਰ ਆਪਣੇ ਕਲਮ ਨੂੰ ਲੈ ਕੇ ਤੇ ਮਹਾਰਾਜ ਦੀ ਉਸਤਤ ਵਿੱਚ ਕਹਿੰਦੇ ਨੇ, ਕਹਿੰਦੇ ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲਾਹ ਗਣੀ ਹੈ, ਮਸਕੀਨ ਗਰੀਬੋਂ ਮੈਂ ਦਲੇਰੋਂ ਮੈਂ ਜ਼ਰੀ ਹੈ। ਕਹਿੰਦੇ ਮਹਾਰਾਜ ਤੁਹਾਡੀ ਸ਼ਾਨ ਕਿਵੇਂ ਬਿਆਨ ਕਰੀਏ, ਤੁਸੀਂ ਤਾਂ ਅੱਲਾਹ ਦਾ ਰੂਪ ਹੋ, ਖੁਦ ਪਰਮੇਸ਼ਰ ਆਪ ਹੋ। ਕਹਿੰਦੇ ਜਦੋਂ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੁੰਦੇ ਹੋ ਤੇ 2.5 ਲੱਖ ਦੇ
ਚੰਦੋਆ ਸਾਹਿਬ ਚਾਨਣੀ ਸ਼ਮਿਆਨਾ ਤੁਹਾਡੇ ਸੀਸ ਤੇ ਲੱਗਾ ਹੁੰਦਾ ਉੱਪਰ। ਪ੍ਰਸਾਦੀ ਹਾਥੀ ਤੁਹਾਡੇ ਤੇ ਚੌਰ ਕਰ ਰਹੇ ਹੁੰਦੇ ਨੇ। ਤੁਹਾਡੇ ਕਦਮ ਟਿਕਾਉਣ ਵਾਲੀ ਚੌਂਕੀ ਵੀ 1.25 ਲੱਖ ਚੰਦਨ ਦੀ ਕੀਮਤੀ ਹੈ। ਕਹਿੰਦੇ ਮਹਾਰਾਜ ਉਹ ਆਪ ਜੀ ਦੀ ਸ਼ਾਨੋ ਸ਼ੌਕਤ ਵੇਖ ਕੇ ਇਹ ਲੱਗਦਾ ਵੀ ਤੁਹਾਡੇ ਤੋਂ ਵੱਡਾ ਅਮੀਰ ਦੁਨੀਆ ਵਿੱਚ ਕੋਈ ਹੈ ਹੀ ਨਹੀਂ ਹੈ। ਮਸਕੀਨ ਗਰੀਬੋਂ ਮੈਂ ਦਲੇਰੋਂ ਮੈਂ ਜ਼ਰੀ ਹੈ। ਪਰ ਜਦੋਂ ਤੁਸੀਂ ਸਭ ਕੁਝ ਕੁਰਬਾਨ ਕਰਕੇ ਤੇ ਮਾਛੀਵਾੜੇ ਦੇ ਜੰਗਲ ਵਿੱਚ ਸੁੱਤੇ ਪਏ ਹੁੰਦੇ ਹੋ, ਲੱਗਦਾ ਤੁਹਾਡੇ ਵਰਗਾ ਫਕੀਰ ਹੀ ਕੋਈ ਨਹੀਂ ਹੈ, ਤਿਆਗੀ ਕੋਈ ਨਹੀਂ ਹੈ। ਏਡਾ ਵੱਡਾ ਤੁਹਾਡਾ ਜੀਵਨ। किस शान का रुतबा तेरा अल्लाह गनी है, मस्कीन गरीबों में दलेरों में जरी हैं। फिर कहते हैं अंगद है, अमरदास है, अर्जन भी तू ही है। कहते महाराज तुसी 10 गुरुआं दा तुहाडे अंदर दर्शन है, गुरु नानक तो लैके 10वें पातशाह तक। कहते सारे गुरुआं दे तुहाडे विचों दर्शन हुंदे हन। नानक से लेता तेग बहादुर तू सभी है, तीर्थ नहीं है कोई रुए रोशन के बराबर। दर्शन तेरा 10 गुरुओं के दर्शन के बराबर। महाराज तुहाडे दर्शन करके 10 पातशाहियां दे दर्शन हुंदे ने। दुनिया दे तख्ते ते कोई ऐसा तीर्थ नहीं है जिहड़ा तुहाडी बराबरी कर सके। ते कलगीधर महाराज दी महिमा बयान करदियां करदियां योगी अल्लाह यार खां लिखते ने, करतार की सुगंध नानक की कसम है, जितनी भी हो तारीफ गोबिंद की वो कम है। कहते हर चंद मेरे हाथ में पुरजोर कलम है। बड़ी काबले तारीफ गल उन्होंने कही। कहते मेरे हाथ में कलम फड़ी हुई है, हर चंद मेरे हाथ में पुरजोर कलम है। सतगुरु के लिखूं वसफ क्या ताबे रकम है। कहते मेरे हाथ में कलम फड़ी हुई है, पर मेरे कोल वो शब्द नहीं हैं जिन्हां नाल मैं गुरु गोबिंद सिंह की उस्तत लिख सकां। गज के आखो सतनाम। वो शब्द नहीं लभ रहे मैनों। महाराज की हस्ती एडी वड्डी है ते मेरे कोल शब्द ही नहीं हैं जिन्हां नाल मैं महाराज की तारीफ लिख सकां। हर चंद मेरे हाथ में पुरजोर कलम है, सतगुरु के लिखूं वसफ क्या ताबे रकम है। मेरे कोल ताकत नहीं, कलम भावें मेरे हाथ विच है, शाही मेरे कोल है, कागज़ मेरे कोल है, पर मेरे कोल लफ्ज़ नहीं हैं जिन्हां नाल मैं गुरु गोबिंद सिंह की उस्तत कर सकां। सतगुरु के लिखूं वसफ क्या ताबे रकम है। फिर कहते ने एक आंख से बुलबुला कुल बाहिर को देखे, मंझ धार को साहिल को या लहर को देखे। कहते समुंदर दे विच एक बुलबुला पानी दा, कहते पानी दा बुलबुला समुंदर दियां लहरां दा समुंदर दा अंत नहीं पा सकदा। वो हालत मेरी है। मैं भी एक छोटा जा पानी दा बुलबुला हाँ। महाराज दा जीवन एडा वड्डा है, उहदा अंत नहीं पै सकदा। एडे शब्द नहीं हैं मेरे को जिड्डी वड्डी शख्सियत कलगीधर महाराज दी। हुण आपां विचार शुरू कीती सी कि कुछ बंदियां ने आप कोई चंगा कर्म नहीं कीता, पर बजुर्गां दी कमाई करके उन्हां नूं माण मिलदा है। ते कुछ बंदियां दे बजुर्गां कोलों कोई वड्डी कमाई नहीं कीती गई, पर उन्हां आप चंगा कर लिया, इस करके माण पा रहे ने। कईयां दे बजुर्गां कोलों भी वड्डी कमाई नहीं कीती गई, आप भी कुछ नहीं कीता, पर औलाद ने कोई चंगा काम कर दिता तां अज वडियाई मिल रही है। पर कलगीधर महाराज दा अपना जीवन भी एडा महान है, ते उन्हां दा वंश जिहड़ा है पिछे आपां विचारिया वो भी सारे महान ने। हुण गल करिए अगली पीढ़ी दी 4 साहिबजादियां दी। उन्हां दी कुर्बानी भी एडी वड्डी है कि किते कोई मिसाल नहीं मिलती। कलगीधर महाराज दे गृह विखे 4 साहिबजादियां दा जन्म हुंदा है। वड्डे साहिबजादे हन बाबा अजीत सिंह जी, उस तो छोटे हन बाबा जुझार सिंह। प्यारा सिंह पद्म ने किताब जो लिखी है 4 साहिबजादियां दी, ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ कि साहिबजादा ਜਿਹੜੇ अजीत सिंह सन ਉਹਨਾਂ ਦਾ जन्म माता सुंदरी जी की कुखों होया। साहिबजादा बाबा जुझार सिंह जी, जोरावर सिंह ते फतेह सिंह, इन्हां दा जन्म
ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ ਹੈ। ਅਤੇ ਅੱਜ ਆਪਾਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਗੁਰੂ ਕੇ ਚਰਨਾਂ ਵਿੱਚ ਇਕੱਤਰ ਹੋਏ ਹਾਂ। ਤੇ ਮੈਂ ਬੜੀ ਵਾਰ ਬੇਨਤੀ ਕਰਦਾ, ਅਸੀਂ ਆਪਣਾ ਜਨਮ ਦਿਨ ਜਾਂ ਆਪਣੇ ਬੱਚਿਆਂ ਦਾ ਜਨਮ ਦਿਨ ਮਨਾਉਣਾ ਨਹੀਂ ਭੁੱਲਦੇ। ਭਾਵੇਂ ਕਿ ਸੰਸਾਰ ਵਿੱਚ ਆ ਕੇ ਕਿਸੇ ਬਹੁਤੀ ਵੱਡੀ ਪ੍ਰਾਪਤੀ ਨਹੀਂ ਕੀਤੀ, ਪਰ ਫਿਰ ਵੀ ਅਸੀਂ ਆਪਣੇ ਆਪ ਨੂੰ ਇਹ ਖੁਸ਼ ਕਰਨ ਵਾਸਤੇ, ਦਿਲਾਸਾ ਦੇਣ ਵਾਸਤੇ ਅਸੀਂ ਸੈਲੀਬ੍ਰੇਟ ਕਰਦੇ ਰਹਿੰਦੇ ਹਾਂ ਇਹ ਦਿਨ। ਪਰ ਮੈਂ ਕਹਿੰਦਾ ਵੀ ਸਾਨੂੰ ਗੁਰੂ ਕੇ ਸਾਹਿਬਜ਼ਾਦਿਆਂ ਦੇ, ਭਗਤ ਜਨਾਂ ਦੇ, ਗੁਰੂ ਸਾਹਿਬਾਨਾਂ ਦੇ ਦਿਹਾੜੇ ਜਿਹੜੇ ਨੇ ਉਹ ਵੱਡੇ ਪੱਧਰ 'ਤੇ ਮਨਾਉਣੇ ਚਾਹੀਦੇ ਨੇ, ਪਰਿਵਾਰ ਵਿੱਚ ਵੀ ਮਨਾਉਣੇ ਚਾਹੀਦੇ ਨੇ, ਤਾਂ ਕਿ ਘੱਟੋ ਘੱਟ ਅਸੀਂ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੇ ਜੀਵਨ ਤੋਂ, ਇਤਿਹਾਸ ਤੋਂ ਕੁਝ ਸੇਧ ਲੈ ਸਕੀਏ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਮਾਤਾ ਜੀਤੋ ਜੀ ਦੇ ਕੁੱਖੋਂ ਸੰਨ 1696 ਦੇ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦਾ ਜਨਮ ਹੋਇਆ। ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਉਹਨਾਂ ਦੀ ਉਮਰ 2 ਸਾਲ ਹੋਰ ਛੋਟੀ ਹੈ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੋਂ। ਕਹਿੰਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਛੋਟੇ ਸਾਹਿਬਜ਼ਾਦੇ ਜਦੋਂ ਮਾਤਾ ਜੀਤੋ ਜੀ ਚਲਾਣਾ ਕਰ ਗਏ ਤਾਂ ਉਸ ਵੇਲੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਦੀ ਗੋਦ ਵਿੱਚ ਬਿਠਾ ਕੇ ਆਖਿਆ ਕਿ ਮਾਤਾ ਜੀ, ਚਲਾਣਾ ਕਰਨ ਤੋਂ ਪਹਿਲਾਂ ਆਖਿਆ ਕਿ ਹੁਣ ਆਖਰੀ ਸਮਾਂ ਆ ਗਿਆ ਹੈ, ਜ਼ਿੰਦਗੀ ਦਾ ਪੰਧ ਜਿਹੜਾ ਹੈ ਮੁੱਕ ਚੱਲਿਆ ਹੈ, ਹੁਣ ਇਹਨਾਂ ਦੀ ਪਰਵਰਿਸ਼ ਤੁਸੀਂ ਕਰਨੀ ਹੈ। ਕਹਿੰਦੇ ਮਾਤਾ ਜੀਤੋ ਜੀ ਚਲਾਣਾ ਕਰ ਗਏ ਤੇ ਛੋਟੇ ਸਾਹਿਬਜ਼ਾਦਿਆਂ ਦੀ ਪਰਵਰਿਸ਼ ਦੀ ਸਾਰੀ ਜ਼ਿੰਮੇਵਾਰੀ ਮਾਤਾ ਜੀ ਨੇ ਸੰਭਾਲੀ ਹੋਈ ਹੈ। ਬੜੇ ਪ੍ਰੇਮ ਨਾਲ, ਭਾਵਨਾ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਉਹਨਾਂ ਨੂੰ ਪਾਲਦੇ ਨੇ, ਸਾਂਭਦੇ ਨੇ, ਉਹਨਾਂ ਦੀ ਪਰਵਰਿਸ਼ ਕਰਦੇ ਨੇ, ਉਹਨਾਂ ਦੀ ਵਿੱਦਿਆ ਦਾ ਪ੍ਰਬੰਧ ਉਹਨਾਂ ਦਾ ਕੀਤਾ ਗਿਆ ਸਾਰਾ। ਤੇ ਉਹ ਸਾਹਿਬਜ਼ਾਦੇ ਪੁੱਛਦੇ ਵੀ ਨੇ ਵੀ ਸਾਡੀ ਮਾਤਾ ਕਿੱਥੇ ਹੈ। ਤੇ ਮਾਤਾ ਗੁਜਰ ਕੌਰ ਨੇ ਕਹਿਣਾ ਵੀ ਉਹ ਸੱਚਖੰਡ ਚਲੇ ਗਏ ਨੇ। ਤੇ ਆਖਣਾ ਵੀ ਸਾਨੂੰ ਵੀ ਕਿਤੇ ਮੌਕਾ ਮਿਲੇਗਾ ਜਾਣ ਦਾ ਉੱਥੇ। ਆਖਿਆ ਹਾਂ ਪੁੱਤਰ, ਆਪਾਂ ਵੀ ਜਾਵਾਂਗੇ, ਆਪਾਂ ਵੀ ਸੱਚਖੰਡ ਜਾਵਾਂਗੇ। ਕਹਿੰਦੇ ਹੁਣ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਸਮਾਂ ਸੀ ਨਾ, ਜਦੋਂ ਸਾਹਿਬਜ਼ਾਦੇ ਬਹੁਤ ਛੋਟੇ ਸਨ, ਤਾਂ ਜੰਗ ਯੁੱਧ ਹੋਣੇ ਤਾਂ ਨਿੱਤ ਦਾ ਕੰਮ ਸੀ ਉੱਥੇ। ਨਿੱਤ ਦਿਹਾੜੇ ਕੋਈ ਨਾ ਕੋਈ ਜੰਗ ਯੁੱਧ ਹੁੰਦਾ ਰਹਿੰਦਾ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸਾਹਿਬਜ਼ਾਦੇ ਬੜੀ ਛੋਟੀ ਅਵਸਥਾ ਦੇ ਵਿੱਚ ਸਨ। ਉਹਨਾਂ ਦੀ ਪਰਵਰਿਸ਼ ਕਰਨੀ, ਉਹਨਾਂ ਨੂੰ ਹੌਸਲਾ ਦੇਣਾ, ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਇਹ ਬੜੀ ਵੱਡੀ ਗੱਲ ਹੈ। ਜੰਗਾਂ ਯੁੱਧਾਂ ਦੇ ਨਿੱਤ ਦੇ ਹਾਲਾਤਾਂ ਦੇ ਵਿੱਚ ਸਾਹਿਬਜ਼ਾਦਿਆਂ ਦੀ ਪਰਵਰਿਸ਼ ਦੀ ਸਾਰੀ ਜ਼ਿੰਮੇਵਾਰੀ ਮਾਤਾ ਗੁਜਰ ਕੌਰ ਨੇ ਨਿਭਾਈ। ਉਹ ਸਮਾਂ ਵੀ ਆਇਆ ਜਦੋਂ ਅਨੰਦਪੁਰ ਸਾਹਿਬ ਨੂੰ ਲੰਮਾ ਘੇਰਾ ਪੈ ਗਿਆ। 7-8 ਮਹੀਨੇ ਲਗਾਤਾਰ ਘੇਰਾ ਪਿਆ ਰਿਹਾ। ਤੇ ਸਾਧ ਸੰਗਤ ਧਿਆਨ ਦਿਓ, ਇੰਨੇ ਲੰਮੇ ਘੇਰੇ ਦਰਮਿਆਨ ਰਸਤ ਪਾਣੀ ਦੀ ਕਮੀ ਆ ਗਈ। ਇਤਿਹਾਸ ਤੁਸੀਂ ਸਾਰਿਆਂ ਨੇ ਜਾਣਿਆ, ਪੜ੍ਹਿਆ, ਸੁਣਿਆ ਬਹੁਤ ਵਾਰਾਂ ਕਿ ਕਈ ਸਿੰਘ ਜਿਹੜੇ ਸਨ, ਪ੍ਰਸ਼ਾਦਾ ਪਾਣੀ ਸਮੇਂ ਸਿਰ ਨਾ ਮਿਲਿਆ, ਇਸ ਕਰਕੇ ਕਮਜ਼ੋਰ ਪੈ ਗਏ ਕਈ ਸਿੰਘ। ਬਿਮਾਰੀਆਂ ਦੇ ਸ਼ਿਕਾਰ ਹੋ ਕੇ ਕਈ ਸਿੰਘ ਕਿਲੇ ਦੇ ਵਿੱਚ ਹੀ ਖਤਮ ਹੋ ਗਏ। ਘੋੜੇ ਜਿਹੜੇ ਸਨ ਦਾਣੇ ਪੱਠੇ ਦੇ ਨਾ ਮਿਲਣ ਕਰਕੇ ਉਹ ਵੀ ਖਤਮ ਹੋ ਗਏ। ਕੁਝ ਸਿੰਘ ਕਿਲਾ ਛੱਡ ਕੇ ਜਾਣ ਦੀਆਂ ਵੀ ਸਲਾਹਾਂ ਮਹਾਰਾਜ ਨੂੰ ਦਿੰਦੇ ਨੇ। 22 ਧਾਰ ਦੇ ਪਹਾੜੀ ਰਾਜਿਆਂ ਨੇ ਤੇ ਮੁਗਲ ਫੌਜਾਂ ਨੇ ਫਿਰ ਰਲ ਕੇ ਕਸਮਾਂ ਖਾ ਕੇ ਮਹਾਰਾਜ ਨੂੰ ਪੱਤਰ ਲਿਖਿਆ ਕਿ ਸਤਿਗੁਰੂ ਤੁਸੀਂ ਕਿਲਾ ਛੱਡ ਕੇ ਕੁਝ ਦੇਰ ਲਈ ਚਲੇ ਜਾਓ, ਤਾਂ ਕਿ ਅਸੀਂ ਔਰੰਗਜ਼ੇਬ ਦੇ ਸਾਹਮਣੇ ਇਹ ਜਾ ਕੇ ਕਹਿ ਸਕੀਏ ਕਿ ਅਸੀਂ ਮਹਾਰਾਜ ਕੋਲੋਂ ਕਿਲਾ ਖਾਲੀ ਕਰਵਾ ਲਿਆ ਹੈ। ਥੋੜੇ ਸਮੇਂ ਬਾਅਦ ਫਿਰ ਆਉਣਾ ਹੋਇਆ ਤਾਂ ਇੱਥੇ ਆ ਜਾਇਓ, ਵੱਸੋਂ ਕਰ ਲਿਓ। ਮਹਾਰਾਜ ਜਾਣਦੇ ਸਨ ਕਿ ਇਹ ਵੀ ਇਹਨਾਂ ਦੀ ਕੋਈ ਚਾਲ ਹੈ।
ਪਰ ਸਾਰੇ ਸਿੰਘਾਂ ਦਾ ਜਿਹੜਾ ਸੀ ਮਤਾ ਪੈ ਗਿਆ, ਮਸ਼ਵਰਾ ਕੀਤਾ ਗਿਆ ਵੀ ਆਪਾਂ ਨੂੰ ਕਿਲ੍ਹਾ ਛੱਡਣਾ ਚਾਹੀਦਾ ਹੈ, ਇੱਥੇ ਹੁਣ ਰਹਿਣਾ ਮੁਨਾਸਬ ਨਹੀਂ ਹੈ, ਰਸਤ ਪਾਣੀ ਖਤਮ ਹੋ ਚੁੱਕਾ। ਪਰ ਤੁਸੀਂ ਵੇਖੋ ਵੀ ਸਾਹਿਬਜ਼ਾਦੇ ਬੜੇ ਛੋਟੀ ਅਵਸਥਾ ਹੈ ਉਹਨਾਂ ਦੀ, 7 ਸਾਲ ਤੇ 9 ਸਾਲ ਦੀ ਉਮਰ ਹੈ। ਇੰਨੀ ਛੋਟੀ ਅਵਸਥਾ ਦੇ ਵਿੱਚ ਕਿਸ ਤਰ੍ਹਾਂ ਦੁੱਖਾਂ ਦੇ ਵਿੱਚ, ਭੁੱਖਾਂ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਮਾਂ ਗੁਜ਼ਾਰਿਆ, ਪਰ ਉਹ ਇੰਨੇ ਕਸ਼ਟ ਸਹਿ ਕੇ ਵੀ ਅਡੋਲ ਰਹੇ, ਕਿਉਂਕਿ ਉਹਨਾਂ ਨੂੰ ਇਸ ਢੰਗ ਨਾਲ ਉਹਨਾਂ ਦੀ ਪਰਵਰਿਸ਼ ਕੀਤੀ ਗਈ, ਉਹਨਾਂ ਨੂੰ ਸਾਰੇ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ ਤਾਂ ਕਿ ਉਹ ਇਹ ਮੁਸੀਬਤਾਂ ਦੇ ਵਿੱਚ ਵੀ ਡੋਲਣ ਨਾ। ਇਹ ਸਾਰਾ ਕੁਝ ਉਹਨਾਂ ਦੀ ਪਰਵਰਿਸ਼ ਦੇ ਕਰਕੇ ਸੀ। ਆਖਰਕਾਰ ਮਹਾਰਾਜ ਨੇ ਕਿਲ੍ਹਾ ਛੱਡਣ ਦਾ ਜਦੋਂ ਫੈਸਲਾ ਕਰ ਲਿਆ ਨਾ, 6 ਤੇ 7 ਪੋਹ ਦੀ ਵਿਚਕਾਰਲੀ ਰਾਤ ਨੂੰ ਮਹਾਰਾਜ ਕਿਲ੍ਹਾ ਛੱਡਦੇ ਨੇ। ਸਰਸਾ ਦੇ ਕੰਢੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ। ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨਾਲ ਸਰਸਾ ਨੂੰ ਪਾਰ ਕਰ ਲੈਂਦੇ ਨੇ, ਪਾਰ ਕਰਦੇ ਨੇ। ਸਰਸਾ ਨੂੰ ਅੰਤਾਂ ਦੀ ਠੰਡ ਹੈ, ਮੀਂਹ ਵੀ ਪੈ ਰਿਹਾ ਹੈ। ਸਰਸਾ ਦੇ ਕੰਢੇ ਤੇ ਪਿੱਛੇ ਦੂਰ ਤੱਕ ਨਜ਼ਰ ਜਦੋਂ ਮਾਰੀ ਤਾਂ ਜੋਗੀ ਅੱਲਾ ਯਾਰ ਖਾਂ ਜੀ ਲਿਖਦੇ ਨੇ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ, ਦਰਿਆ ਪੇ ਛੋੜ ਕੇ ਹਮਕੋ ਮਾਹੀ ਕਿਧਰ ਗਏ। ਦਾਦੀ ਮਾਂ ਨੂੰ ਪੁੱਛਦੇ ਨੇ, ਮਾਂ ਆਪਣੇ ਸਿਪਾਹੀ ਨਜ਼ਰ ਨਹੀਂ ਆਉਂਦੇ, ਨਾ ਗੁਰੂ ਪਿਤਾ ਨਜ਼ਰ ਆਉਂਦੇ ਨੇ। ਤੜਫਾ ਕੇ ਹਾਏ ਸੂਰ ਤੇ ਮਾਹੀ ਕਿਧਰ ਗਏ, ਭਾਈ ਵੀ ਭੂਲ ਗਏ ਹਮੇ ਸ਼ੌਕੇ ਜੰਗ ਮੇਂ, ਖਿਆਲ ਤੱਕ ਨਹੀਂ ਜ਼ੌਕੇ ਤੁਫੰਗ ਮੇਂ। ਕਹਿੰਦੇ ਸਾਡੇ ਵੱਡੇ ਭਰਾਵਾਂ ਨੂੰ ਵੀ ਜੰਗ ਲੜਨ ਦਾ ਬੜਾ ਚਾਅ ਹੈ, ਉਹ ਵੀ ਦੁਸ਼ਮਣਾਂ ਦੇ ਨਾਲ 2-2 ਹੱਥ ਕਰਦੇ ਪਤਾ ਨਹੀਂ ਕਿੱਧਰ ਚਲੇ ਗਏ ਨੇ, ਸਾਡਾ ਕਿਸੇ ਧਿਆਨ ਹੀ ਨਹੀਂ ਕੀਤਾ, ਆਏ ਨਹੀਂ ਸਾਡੇ ਕੋਲ। ਤੇ ਦਾਦੀ ਮਾਂ ਜਾਣਦੀ ਸੀ ਕਿ ਸਾਰਾ ਪਰਿਵਾਰ ਵਿਛੜ ਗਿਆ ਹੈ, ਪਤਾ ਨਹੀਂ ਹੁਣ ਕਦੋਂ ਮੇਲ ਹੋਏਗਾ। ਪਰ ਸਾਹਿਬਜ਼ਾਦਿਆਂ ਨੂੰ ਹੌਸਲਾ ਦੇਣ ਲਈ ਉਹਨਾਂ ਨੇ ਆਖਿਆ, ਪੁੱਤਰ ਘਬਰਾਓ ਨਾ, ਤੁਹਾਡੇ ਪਿਤਾ ਤੇ ਵੱਡੇ ਤੁਹਾਡੇ ਭਰਾ ਦੁਸ਼ਮਣਾਂ ਨਾਲ ਟੱਕਰਾ ਕਰਨ ਗਏ ਨੇ, ਹੁਣੇ ਹੀ ਆ ਜਾਣਗੇ ਆਪਣੇ ਕੋਲ, ਹੁਣੇ ਹੀ। ਤੇ ਸਾਧ ਸੰਗਤ, ਛੋਟਾ ਬੱਚਾ ਜਦੋਂ ਕਿਸੇ ਗੱਲ ਦੀ ਜਿੱਦ ਕਰਦਾ ਉਹਨੂੰ ਪਰਚਾਉਣਾ ਬੜਾ ਔਖਾ ਹੋ ਜਾਂਦਾ ਹੈ। ਕਹਿੰਦੇ ਆਏ ਨਹੀਂ ਅਜੇ ਤੱਕ, ਕਹਿੰਦੇ ਬਸ ਆਉਂਦੇ ਹੋਣਗੇ, ਨੇੜੇ ਹੀ ਨੇ, ਬਸ ਆਉਣ ਵਾਲੇ ਨੇ। ਤੇ ਸਾਹਿਬਜ਼ਾਦੇ ਵਾਰ-ਵਾਰ ਪੁੱਛਦੇ ਨੇ, ਅਜੇ ਤੱਕ ਆਏ ਨਹੀਂ। ਦਾਦੀ ਮਾਂ ਕਹਿੰਦੀ ਬਸ ਆਉਣ ਹੀ ਵਾਲੇ ਨੇ। ਫਿਰ ਸਾਹਿਬਜ਼ਾਦਿਆਂ ਨੇ ਇੱਕ ਗੱਲ ਕਹਿ ਦਿੱਤੀ, ਕਹਿੰਦੇ ਜਬ ਰਣ ਜੀਤ ਕਰ ਅਜੀਤ ਆਏਂਗੇ, अब्बा के साथ जिस घड़ी जुझार आएंगे, करके गिला हर एक से हम रूठ जाएंगे। कहते असी रुस जाना होना, असी नहीं उन्हां नाल बोलना। जदों आए असी पुछांगे भी तुसीं सानूं छड्ड के क्यों गए सी। हुण दादी माँ इउं तरवास दे के लैके गई, कुम्मे माशकी दी छन विच एक रात कट्टी, थोड़ा जिहा जल पानी उत्थे छकिया। ਅੱਗੇ ਗੰਗੂ ਆਪਣੇ ਪਿੰਡ ਲੈ ਗਿਆ। ਮੋਹਰਾਂ ਦੇ ਲਾਲਚ ਵਿੱਚ ਆ ਕੇ ਉਹਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਖਬਰ ਮੁਰਿੰਡੇ ਕੋਤਵਾਲੀ ਵਿੱਚ ਦਿੱਤੀ ਹੈ। ਕੋਤਵਾਲੀ ਵਿੱਚ ਇੱਕ ਰਾਤ ਬਤੀਤ ਕੀਤੀ। ਅਗਲੇ ਦਿਨ ਸਰਹੰਦ ਪੇਸ਼ ਕਰ ਦਿੱਤਾ ਗਿਆ, ਠੰਡੇ ਬੁਰਜ ਵਿੱਚ ਜਾ ਕੇ ਕੈਦ ਕਰ ਦਿੱਤਾ ਗਿਆ। ਤੇ ਸਾਧ ਸੰਗਤ ਕਿੰਨੀ ਦ੍ਰਿੜਤਾ ਹੈ ਸਾਹਿਬਜ਼ਾਦਿਆਂ ਦੇ ਅੰਦਰ। ਇਹ ਸਾਰੇ ਵਿਖੜੇ ਪੈਂਡੇ ਦੇ ਵਿੱਚ ਸਾਹਿਬਜ਼ਾਦੇ ਡੋਲੇ ਨਹੀਂ, ਅਡੋਲ ਰਹੇ ਨੇ। ਜਦੋਂ ਜਾ ਕੇ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਤੇ ਸਾਹਿਬਜ਼ਾਦਿਆਂ ਨੇ ਉੱਥੇ ਜਾ ਕੇ ਕਚਹਿਰੀ ਵਿੱਚ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਹੈਰਾਨ ਹੋ ਗਏ ਕਿ ਇੰਨੀ ਛੋਟੀ ਉਮਰ ਦੇ ਬਾਲਕ ਨੇ, ਪਰਿਵਾਰ ਤੋਂ ਵਿਛੜ ਗਏ ਨੇ, ਅਨੇਕਾਂ ਦੁੱਖ ਤਸੀਹੇ ਸਹਿ ਕੇ ਇੱਥੋਂ ਤੱਕ ਪਹੁੰਚੇ ਨੇ, ਪਰ ਫਿਰ ਵੀ ਇਹ ਚੜ੍ਹਦੀ ਕਲਾ ਵਿੱਚ ਹਨ, ਡੋਲੇ ਨਹੀਂ, ਘਬਰਾਏ ਨਹੀਂ। ਉਹ ਹੈਰਾਨ ਹੁੰਦੇ ਨੇ, ਕਹਿੰਦੇ ਤੁਹਾਨੂੰ ਪਤਾ ਨਹੀਂ, ਤੁਹਾਡਾ ਤੇ ਸਾਰਾ ਪਰਿਵਾਰ ਹੀ ਖਤਮ ਕਰ ਦਿੱਤਾ ਸੀ, ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਮਾਰ ਕੇ ਖਤਮ ਕਰ ਦਿੱਤਾ। ਡਰਾਉਣ ਦੇ ਲਈ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਾਹਿਬਜ਼ਾਦੇ ਕਹਿਣ ਲੱਗੇ, ਨਹੀਂ, ਕਲਗੀਧਰ ਮਹਾਰਾਜ ਚੜ੍ਹਦੀ ਕਲਾ ਵਿੱਚ ਨੇ ਤੇ ਉਹ ਸਾਨੂੰ ਜਲਦੀ ਹੀ ਆ ਕੇ ਮਿਲਣਗੇ। ਕਹਿਣ ਲੱਗੇ ਫਿਰ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ?
ਕਹਿਣ ਲੱਗੇ ਅਸੀਂ ਹਥਿਆਰ ਲਵਾਂਗੇ ਹੱਥਾਂ ਦੇ ਵਿੱਚ, ਆਪਣੇ ਸਾਥੀਆਂ ਨੂੰ ਇਕੱਠੇ ਕਰ ਲਵਾਂਗੇ, ਜ਼ੁਲਮ ਦੇ ਖਿਲਾਫ ਟਾਕਰਾ ਕਰਨਾ ਸ਼ੁਰੂ ਕਰ ਦਿਆਂਗੇ, ਜੰਗ ਯੁੱਧ ਕਰਾਂਗੇ। ਕਹਿੰਦੇ ਕਿੰਨੀ ਦੇਰ ਕਰੋਗੇ? ਕਹਿੰਦੇ ਜਿੰਨੀ ਦੇਰ ਜ਼ੁਲਮ ਖਤਮ ਨਹੀਂ ਹੋ ਜਾਂਦਾ, ਜ਼ੁਲਮ ਕਰਨ ਵਾਲੇ ਖਤਮ ਨਹੀਂ ਹੁੰਦੇ। ਇੰਨੀ ਦ੍ਰਿੜਤਾ। ਤੇ ਸਾਹਿਬਜ਼ਾਦਿਆਂ ਨੂੰ ਡਰਾਉਣ ਵਾਸਤੇ ਕਹਿਣ ਲੱਗੇ ਤੁਹਾਨੂੰ ਪਤਾ ਨਹੀਂ ਔਰੰਗਜ਼ੇਬ ਬੜਾ ਸਖਤ ਮਿਜ਼ਾਜ ਬੰਦਾ ਹੈ, ਜੇ ਉਹਨੂੰ ਗੁੱਸਾ ਆ ਗਿਆ ਤੁਹਾਡੇ ਤੇ ਰਹਿਮ ਨਹੀਂ ਕਰੇਗਾ। ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਈਨ ਮੰਨ ਲਓ, ਮੁਸਲਮਾਨ ਹੋ ਜਾਓ, ਤਾਂ ਔਰੰਗਜ਼ੇਬ ਤੁਹਾਡੇ ਤੇ ਖੁਸ਼ ਹੋ ਜਾਏਗਾ, ਤੁਹਾਡੇ ਤੇ ਰਹਿਮ ਕਰੇਗਾ, ਤੁਹਾਨੂੰ ਬਹੁਤ ਇਨਾਮ ਦੇਵੇਗਾ, ਜ਼ਗੀਰਾਂ ਦੇਵੇਗਾ, ਵੱਡੇ ਘਰਾਣਿਆਂ ਵਿੱਚ ਤੁਹਾਡੇ ਵਿਆਹ ਹੋ ਜਾਣਗੇ। ਤਾਂ ਸਾਹਿਬਜ਼ਾਦੇ ਕਹਿੰਦੇ ਕਿਸ ਔਰੰਗਜ਼ੇਬ ਦੀ ਗੱਲ ਕਰਦਾ ਹੈ? पढ़ के कुरान पिता को जो करता कैद हो, मरना पिता का जैसे खुशी की नवैद हो, कत्ले बरादरां जैसे मामूली शैद हो, उससे नेकी की खलकत को क्या उम्मीद हो। ਜਿਹੜਾ कुरान पढ़ता है, हथ ਵਿੱਚ तस्बीह रखता है, तो पिता ਨੂੰ गिरफ्तार कर लेंदा है, पानी तक नहीं दिंदा, पिता ਦੀ मौत ਦੀ खबर सुन के खुशी मनाउंदा है। ਆਪਣੇ ਭਰਾਵਾਂ ਨੂੰ ਹੱਥੀਂ ਕਤਲ ਕਰਨਾ ਜਿਹਦੇ ਵਾਸਤੇ ਮਾਮੂਲੀ ਜਿਹਾ ਕੰਮ ਹੈ, ਉਹਦੇ ਕੋਲੋਂ ਅਸੀਂ ਨੇਕੀ ਦੀ ਕੀ ਉਮੀਦ ਕਰ ਸਕਦੇ ਹਾਂ। ਹੁਣ ਏਡੀ ਗੱਲ ਜੁਰਤ ਦੇ ਨਾਲ ਵਜ਼ੀਰ ਖਾਨ ਦੇ ਸਾਹਮਣੇ ਕਹਿ ਦੇਣੀ ਹੈ, ਸਾਹਿਬਜ਼ਾਦੇ ਕਹਿ ਸਕਦੇ, ਹੋਰ ਕੋਈ ਨਹੀਂ ਕਹਿ ਸਕਦਾ, ਹੋਰ ਕੋਈ ਨਹੀਂ ਕਹਿ ਸਕਦਾ। ਕਹਿੰਦੇ ਤੁਹਾਨੂੰ ਖਤਮ ਕਰ ਦਿਆਂਗੇ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਤਾਂ। साहबजादे बड़ी दृढ़ता नाल कहते ने सच को मिटाओगे तो मिटोगे जहान से, डरता नहीं अकाल किसी शहनशाह की शान से, हम कह रहे तुमको खुदा की जुबान से। कहते जेडे सच नूं मिटाउंदे ने ना वो खुद मिट जाते ने। असी उस अकाल पुरख नूं मनण वाले हाँ जिहड़ा किसी बादशाह की परवाह नहीं करता, जिहड़ा किसी शहनशाह तो डरदा नहीं। असी उहनूं मनण वाले हाँ निरभौ जपै सगल भौ मिटै। असी उस निरभौ नूं जपण वाले हैं जिहड़ा किसी दा भै नहीं रखदा। कहण लगे जे सच नूं मिटाओगे तो दुनिया तो तुसीं खत्म हो जाओगे। फिर साहिबजादियां ने दृढ़ता दे नाल सारियां गल्लां कचहरी विच कईयां, सच जाणिओ कचहरी भी हिल गई, सारे हैरान हो गए साहिबजादियां दी बहादरी वेख के। हुण इह बहादरी दे नाल अपना पक्ष कचहरी दे विच रखना ते मौत की परवाह कीते बगैर सिੱਖੀ केसां ते सवासां नाल निभा जानी, ये साहिबजादियां दे हिस्से आया है। अते ये सारी कृपा कलगीधर महाराज की परवरिश की माता गुजर कौर दी, ये सारी कृपा गुरु तेग बहादुर साहब महाराज दी सी, जिन्हां ने रहमत की। अज आप साहिबजादा बाबा जोरावर सिंह जी का पावन जन्म दिहाड़ा मना रहे हाँ। समुचियां संगतां नूं साहिबजादा बाबा जोरावर सिंह जी दे पावन जन्म दिहाड़े दीयां लख लख वधाइयां होण, जिन्हां ने बहुत वड्डी लामिसाल कुर्बानी दे के इतिहास नूं सिरजिया है। ते साध संगताओ, रहिंदे समय दे विच शब्द दी विचार दे नाल आपां जुड़ीए। सतगुरु गल कर रहे ने सूतक दी। हुण सूतक शब्द जिहड़ा है संस्कृत का शब्द है। सूतक का मतलब है अपवित्रता, अशुद्धि। हिंदू मत दे विच ख्याल है कि जदों किसी घर विच बच्चा पैदा हुंदा है तां कहा जाता है कि उत्थे अपवित्रता हो गई, अशुद्धि हो गई है। इस करके ब्राह्मण दे घर 11 दिन, खत्री दे घर 13 दिन, वैश्य दे घर 17 दिन ते शूद्र दे घर 30 दिन ये अशुद्धि रहिंदी है। इस दरम्यान जिस बीबी ने बच्चे नूं जन्म दिता है वो चुल्हे चौंके नहीं चढ़ सकती। उहदे परिवार दे सारे जी किसी धार्मिक स्थान ते कोई धर्म कर्म नहीं कर सकते जिन्नी देर अशुद्धि है। तो ब्राह्मण ने आख्या कि मैं घर आवांगा, वेदां दे मंत्र पढ़ांगा, हवन आदक करांगा ते फिर ये शुद्धि हो जाएगी, फिर जिहड़ा सूतक है समाप्त हो जाएगा।
ਹੁਣ ਇਹ ਜਿਹੜਾ ਵਹਿਮ ਸੀ ਲੋਕਾਂ ਦੇ ਮਨ ਵਿੱਚ ਵੜ ਗਿਆ ਕਿ ਸਾਡੇ ਘਰ ਬੱਚੇ ਦਾ ਜਨਮ ਹੋਇਆ, ਇਸ ਕਰਕੇ ਸਾਡੇ ਘਰ ਹੁਣ ਸੂਤਕ ਆ ਗਿਆ, ਅਸ਼ੁੱਧੀ ਹੋ ਗਈ ਹੈ। ਤੇ ਜਿੱਥੇ ਬੱਚੇ ਦਾ ਜਨਮ ਹੋਇਆ ਹੋਵੇ ਉਸ ਕਮਰੇ ਦੇ ਵਿੱਚ ਬਾਹਰੋਂ ਗਿਆ ਵਿਅਕਤੀ ਵੀ ਕੋਈ ਅੰਦਰ ਨਹੀਂ ਜਾਂਦਾ। ਜੇ ਜਾਂਦਾ ਤਾਂ ਉਹਨੂੰ ਪਹਿਲਾਂ ਉਹਦੇ ਹੱਥ ਵਿੱਚ ਕੋਈ ਅਨਾਜ ਜਿਹੜਾ ਹੈ ਉਹ ਫੜਾਇਆ ਜਾਂਦਾ ਹੈ। ਅਸਲ ਵਿੱਚ ਇਹਦੇ ਪਿੱਛੇ ਕੋਈ ਸਾਇੰਟੀਫਿਕ ਕਾਰਨ ਵੀ ਹੋ ਸਕਦੇ ਨੇ, ਕਿਉਂਕਿ ਨਵ ਜੰਮੇ ਬੱਚੇ ਨੂੰ ਬਾਹਰੋਂ ਗਿਆ ਬੰਦਾ, ਜਿਵੇਂ ਅੱਜ ਆਪਾਂ ਵੇਖਦੇ ਕਰੋਨਾ ਦਾ ਦੌਰ ਪਿੱਛੇ ਰਿਹਾ, ਹੋਰ ਕਈ ਬਿਮਾਰੀਆਂ ਚੱਲਦੀਆਂ ਰਹੀਆਂ ਨੇ, ਤਾਂ ਲੋਕ ਇੱਕ ਦੂਜੇ ਦੇ ਨੇੜੇ ਜਾਣ ਤੋਂ ਵੀ ਪਰਹੇਜ਼ ਕਰਦੇ ਸਨ ਕਿ ਕੋਈ ਬਿਮਾਰੀ ਇਸ ਤਰ੍ਹਾਂ ਕੋਈ ਸੰਕਰਮਣ ਅੱਗੇ ਨਾ ਫੈਲ ਸਕੇ। ਉਹ ਕੋਈ ਸਾਇੰਟਿਫਿਕ ਪੱਖ ਹੋ ਸਕਦੇ ਨੇ, ਪਰ ਇਹਨੂੰ ਇੱਕ ਵਹਿਮ ਭਰਮ ਬਣਾ ਲੈਣਾ ਕਿ ਸੂਤਕ ਘਰ ਵਿੱਚ ਆ ਗਿਆ। ਇਸ ਕਰਕੇ 11 ਦਿਨ ਅਸ਼ੁੱਧੀ ਹੈ ਬ੍ਰਾਹਮਣ ਦੇ ਘਰ, 13 ਦਿਨ ਖੱਤਰੀ ਦੇ ਘਰ, 17 ਦਿਨ ਵੈਸ਼ ਦੇ ਘਰ, 30 ਦਿਨ ਸ਼ੂਦਰ ਦੇ ਘਰ। ਉਹਨੇ ਦਿਨ ਉਹ ਕੋਈ ਵੀ ਕਰਮ ਨਹੀਂ ਸਨ ਕਰਦੇ। ਫਿਰ ਕਿਹਾ ਜਾਂਦਾ ਸੀ ਹੁਣ ਪੰਡਤ ਜੀ ਘਰ ਵਿੱਚ ਆਉਣਗੇ, ਵੇਦ ਮੰਤਰ ਪੜ੍ਹਨਗੇ, ਹਵਨ ਆਦਿਕ ਕਰਨਗੇ, ਫਿਰ ਜਿਹੜਾ ਹੈ ਸਾਡਾ ਘਰ ਸ਼ੁੱਧ ਹੋਏਗਾ। ਇਹ ਖਿਆਲ ਚੱਲਿਆ ਆ ਰਿਹਾ ਸੀ। ਸੂਤਕ ਦਾ ਭਾਵ ਹੈ ਜਨਮ ਹੋਣਾ। ਜਨਮ ਦੇ ਨਾਲ ਅਸ਼ੁੱਧੀ ਪੈਦਾ ਹੋ ਜਾਂਦੀ ਹੈ। ਇਹ ਪੁਜਾਰੀ ਨੇ ਗੱਲ ਪ੍ਰਚਲਿਤ ਕਰ ਦਿੱਤੀ। ਪਰ ਸਤਿਗੁਰੂ ਕਹਿੰਦੇ ਭਾਈ ਜਨਮ ਅਤੇ ਮੌਤ ਇਹ ਪ੍ਰਕਿਰਿਆ ਤਾਂ ਕੰਟੀਨਿਊ ਚੱਲੀ ਜਾਂਦੀ ਹੈ, ਚੱਲੀ ਜਾ ਰਹੀ ਹੈ। ਪਾਤਕ ਦਾ ਮਤਲਬ ਹੈ ਕਿਸੇ ਜੀਵ ਦੇ ਮਰਨ ਉਪਰੰਤ ਘਰ ਵਿੱਚ ਫੈਲੀ ਅਸ਼ੁੱਧੀ, ਉਹਨੂੰ ਪਾਤਕ ਕਿਹਾ ਜਾਂਦਾ। ਉਹ ਕਿਹਾ ਗਿਆ ਵੀ 10 ਦਿਨ ਅਸ਼ੁੱਧੀ ਹੁੰਦੀ ਹੈ। 10 ਦਿਨਾਂ ਬਾਅਦ ਘਰ ਦੇ ਸਾਰੇ ਪਰਿਵਾਰਕ ਮੈਂਬਰ ਇਸ਼ਨਾਨ ਕਰਦੇ, ਕੱਪੜੇ ਆਦਿਕ ਧੋ ਲੈਂਦੇ ਨੇ ਕਿਸੇ ਨਦੀ ਨਾਲੇ ਦਰਿਆ ਤੇ ਜਾ ਕੇ, ਤੇ ਫਿਰ ਸਾਰੇ ਸ਼ੁੱਧ ਹੋ ਜਾਂਦੇ ਨੇ। ਇਸ ਤਰ੍ਹਾਂ ਪਾਤਕ ਅਤੇ ਸੂਤਕ ਦਾ ਵਹਿਮ ਜਿਹੜਾ ਸੀ ਪ੍ਰਚਲਿਤ ਕੀਤਾ ਗਿਆ। ਸਤਿਗੁਰੂ ਕਹਿੰਦੇ ਜੇਕਰ ਸੂਤਕ ਮੰਨੀਏ, ਕਹਿੰਦੇ ਮੰਨ ਲੈਂਦੇ ਆ ਵੀ ਜਨਮ ਦੇ ਨਾਲ ਸੂਤਕ ਹੁੰਦਾ ਹੈ, ਮੰਨ ਲਓ, ਤਾਂ ਸੱਚੇ ਪਾਤਸ਼ਾਹ ਕਹਿੰਦੇ ਫਿਰ ਸੂਤਕ ਤੋਂ ਅਸੀਂ ਬਚ ਹੀ ਨਹੀਂ ਸਕਦੇ। ਘਰ ਵਿੱਚ ਬੱਚਾ ਪੈਦਾ ਹੋਇਆ ਹੈ, ਜਨਮ ਹੋਇਆ, ਮੰਨ ਲਓ ਸੂਤਕ ਆ ਗਿਆ ਘਰ ਵਿੱਚ, ਪਰ ਇਹ ਤੇ ਨਹੀਂ ਨਾ ਵੀ ਹੋਰ ਕੋਈ ਚੀਜ਼ ਪੈਦਾ ਹੀ ਨਹੀਂ ਹੋਈ। ਸਤਿਗੁਰੂ ਕਹਿੰਦੇ ਹਰ ਇੱਕ ਥਾਂ ਤੇ ਹਰ ਵੇਲੇ ਜੀਵ ਪੈਦਾ ਹੋ ਰਹੇ ਨੇ, ਮਰ ਵੀ ਰਹੇ ਨੇ। ਸੂਤਕ ਅਤੇ ਪਾਤਕ ਇਹਦੇ ਤੋਂ ਅਸੀਂ ਬਚ ਨਹੀਂ ਸਕਦੇ। ਜੇਕਰ ਮੰਨ ਲਿਆ ਜਾਵੇ ਕਿ ਪੈਦਾ ਹੋਣ ਦੇ ਨਾਲ ਘਰ ਵਿੱਚ ਅਸ਼ੁੱਧੀ ਹੁੰਦੀ, ਸੂਤਕ ਹੁੰਦਾ ਹੈ, ਜੇਕਰ ਸੂਤਕ ਮੰਨੀਏ ਸਭ ਤੈਂ ਸੂਤਕ ਹੋਏ, ਫਿਰ ਤਾਂ ਸਾਰੀਆਂ ਥਾਵਾਂ ਤੇ ਸੂਤਕ ਆਪਣੇ ਆਪ ਹੀ ਹੋ ਰਿਹਾ। ਮਹਾਰਾਜ ਕਹਿੰਦੇ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਹੁਣ ਲੱਕੜਾਂ ਦੇ ਵਿੱਚ ਵੀ ਕੀੜੇ ਪੈਦਾ ਹੋ ਰਹੇ ਨੇ। ਪਸ਼ੂਆਂ ਦਾ ਗੋਹਾ ਹੈ, ਗੋਹੇ ਦੇ ਵਿੱਚ ਵੀ ਆਟੋਮੈਟਿਕ ਕੀੜੇ ਪੈਦਾ ਹੋ ਜਾਂਦੇ ਨੇ। ਪੈਦਾ ਹੋਣਾ ਸੂਤਕ ਹੈ, ਮਰਨਾ ਪਾਤਕ ਹੈ। ਕਹਿੰਦੇ ਲੱਕੜੀ ਵਿੱਚ ਵੀ ਕੀੜੇ ਪੈਦਾ ਹੋਏ ਨੇ, ਗੋਹੇ ਵਿੱਚ ਵੀ ਕੀੜੇ ਪੈਦਾ ਹੋਏ ਨੇ, ਤੇ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤਾਤ ਭਾਵੇਂ ਗੈਸ ਅੱਜ ਘਰਾਂ ਵਿੱਚ ਆ ਗਈ ਹੈ, LPG ਗੈਸ ਦੇ ਨਾਲ ਸਾਡੇ ਘਰ ਦੇ ਸਾਰੇ ਕੰਮ ਰਸੋਈ ਦੇ ਚੱਲਦੇ ਨੇ, ਪਰ ਫਿਰ ਵੀ ਲੱਕੜਾਂ ਅਤੇ ਗੋਹਾ ਇਹ ਬਹੁਤਾਤ ਘਰਾਂ ਵਿੱਚ ਬਾਲਣ ਦੇ ਤੌਰ ਤੇ ਬਾਲਿਆ ਜਾਂਦਾ ਹੈ। ਲੱਕੜੀ ਵਿੱਚ ਵੀ ਕੀੜਾ ਪੈਦਾ ਹੋਇਆ, ਗੋਹੇ ਵਿੱਚ ਵੀ, ਪਾਥੀਆਂ ਵਿੱਚ ਵੀ ਕੀੜੇ ਪੈਦਾ ਹੋਏ। ਪੈਦਾ ਹੋਣਾ ਸੂਤਕ ਹੈ। ਅਸੀਂ ਉਹਨਾਂ ਨੂੰ ਅੱਗ ਵਿੱਚ, ਚੁੱਲ੍ਹੇ ਵਿੱਚ ਬਾਲ ਦਿੱਤਾ, ਉਹ ਕੀੜੇ ਮਰ ਗਏ। ਮਰਨਾ ਕੀ ਹੋਇਆ? ਪਾਤਕ ਹੋ ਗਿਆ। ਕੀੜਿਆਂ ਦਾ ਪੈਦਾ ਹੋਣਾ ਸੂਤਕ, ਮਰਨਾ ਪਾਤਕ। ਕਹਿੰਦੇ ਸੂਤਕ ਪਾਤਕ ਤਾਂ ਚੱਲੀ ਜਾਂਦਾ 24 ਘੰਟੇ ਹੀ। ਅਸੀਂ ਬਾਲਣ ਤੇ ਰੋਜ਼ ਬਾਲਦੇ ਹੀ ਹਾਂ, ਜੀ ਪੈਦਾ ਵੀ ਹੋਈ ਜਾਂਦੇ, ਮਰੀ ਵੀ ਜਾਂਦੇ ਨੇ। ਫਿਰ ਮਹਾਰਾਜ ਕਹਿੰਦੇ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਜਿੰਨਾ ਅਸੀਂ ਅਨਾਜ ਖਾ ਰਹੇ ਇਹਦੇ ਵਿੱਚ ਵੀ ਜੀਵ ਹਨ। ਦਹੀਂ ਜਿਹੜਾ ਹੈ, ਦਹੀਂ, ਦੁੱਧ ਨੂੰ ਤੁਸੀਂ ਗਰਮ ਕਰਕੇ ਠੰਡਾ ਕਰਕੇ ਰੱਖਿਆ ਹੋਇਆ ਹੈ, ਉਹਦੇ ਵਿੱਚ ਤੁਸੀਂ
ਬਹੁਤ ਥੋੜਾ ਜਿਹਾ ਦਹੀਂ ਪਾਉਣਾ ਹੈ, 1 ਚਮਚਾ ਭਰ ਕੇ ਪਾ ਦਿਓ, ਉਹਦੇ ਨਾਲ ਸਾਰਾ ਦੁੱਧ ਜਿਹੜਾ ਦਹੀਂ ਵਿੱਚ ਤਬਦੀਲ ਹੋ ਜਾਏਗਾ। ਉਹ ਹੈ ਕੀ? ਬੈਕਟੀਰੀਆ ਅੱਗੇ ਅੱਗੇ ਵੱਧ ਗਏ। ਇੱਕ ਰਾਤ ਵਿੱਚ ਹੀ ਨਾ ਸਾਰਾ ਜਿਹੜਾ ਦੁੱਧ ਸੀ ਦਹੀਂ ਵਿੱਚ ਤਬਦੀਲ ਹੋ ਗਿਆ, ਭਾਵ ਬੈਕਟੀਰੀਆ ਇੰਨਾ ਪੈਦਾ ਹੋ ਗਿਆ ਕਿ ਉਹ ਸਾਰਾ ਹੀ ਦਹੀਂ ਦਾ ਰੂਪ ਧਾਰਨ ਕਰ ਗਿਆ। ਬਹੁਤ ਥੋੜੇ ਜਿਹੇ ਜੀਵਾਣੂ ਉਹਦੇ ਵਿੱਚ ਪਏ ਸਨ, ਬੈਕਟੀਰੀਆ, ਜਿਹਨੂੰ ਜਾਗ ਲਾਉਣੀ ਕਹਿੰਦੇ ਆਪਾਂ, ਖੱਟਾ ਲਾਉਣਾ, ਜਾਗ ਲਾਉਣੀ। ਬਹੁਤ ਥੋੜੇ ਜਿਹੇ ਬੈਕਟੀਰੀਆ ਉਹਦੇ ਵਿੱਚ ਪਾਏ ਗਏ। ਉਹ ਰਾਤੇ ਰਾਤ ਇੰਨੇ ਉਹਨਾਂ ਨੇ ਪੈਦਾ ਕਰਤੇ, ਸਾਰਾ ਦੁੱਧ ਦਹੀਂ ਬਣ ਗਿਆ। ਕਹਿੰਦੇ ਲੱਖਾਂ ਹੀ ਜੀਵ ਪੈਦਾ ਹੋ ਗਏ, ਲੱਖਾਂ ਹੀ, ਕਰੋੜਾਂ ਹੀ, ਗਿਣੇ ਨਹੀਂ ਜਾ ਸਕਦੇ। ਕਹਿੰਦੇ ਸੂਤਕ ਤਾਂ ਆ ਹੀ ਗਿਆ ਘਰ ਵਿੱਚ, ਫਿਰ ਸੂਤਕ ਤਾਂ ਹੋ ਗਿਆ ਨਾ, ਲੱਖਾਂ ਜੀਵ ਪੈਦਾ ਹੋ ਗਏ। ਹਰ ਇੱਕ ਚੀਜ਼ ਵਿੱਚ, ਜਿੰਨੇ ਵੀ ਅਸੀਂ ਭੋਜਨ ਪਦਾਰਥ ਖਾਂਦੇ, ਹਰ ਇੱਕ ਚੀਜ਼ ਵਿੱਚ ਜੀਵ ਹੈ। ਹਰ ਇੱਕ ਚੀਜ਼ ਵਿੱਚ ਜਿੰਦਾ ਜੀਵਾਣੂ ਹਨ। ਉਹ ਜਿੰਦਾ ਚੀਜ਼ਾਂ, ਜੀਵਾਣੂ, ਬੈਕਟੀਰੀਆ, ਉਹ ਅਸੀਂ ਖਾ ਰਹੇ ਹਾਂ ਤਾਂ ਹੀ ਸਾਡਾ ਸਰੀਰ ਚੱਲਦਾ ਹੈ, ਤਾਂ ਹੀ ਸਰੀਰ ਚੱਲਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਕਹਿੰਦੇ ਕੋਈ ਬੰਦਾ ਦਾਅਵਾ ਕਰ ਸਕਦਾ ਜੀ ਮੈਂ ਤੇ ਲੱਕੜਾਂ ਬਾਲਦਾ ਨਹੀਂ, ਘਰ ਵਿੱਚ ਗੋਹੇ ਨਹੀਂ ਬਾਲਦਾ। ਮਹਾਰਾਜ ਕਹਿੰਦੇ ਫਿਰ ਭੋਜਨ ਤਾਂ ਛਕਦਾ ਨਾ ਤੂੰ, ਉਹਦੇ ਵਿੱਚ ਵੀ ਜੀਵ ਹਨ, ਉੱਥੇ ਵੀ ਜੀਵ ਪੈਦਾ ਹੁੰਦੇ ਨੇ, ਮਰਦੇ ਵੀ ਹਨ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਸਤਿਗੁਰੂ ਕਹਿੰਦੇ ਪਾਣੀ ਵਿੱਚ ਵੀ ਜੀਵ ਹਨ। ਕਰੋੜਾਂ ਜੀਵ ਪਾਣੀ ਵਿੱਚ ਪੈਦਾ ਹੋ ਰਹੇ ਨੇ, ਮਰ ਵੀ ਰਹੇ ਨੇ, ਪੈਦਾ ਵੀ ਹੋ ਰਹੇ ਨੇ, ਮਰ ਵੀ ਰਹੇ ਨੇ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਪਾਣੀ ਸਾਰਿਆਂ ਨੂੰ ਜੀਵਨ ਦਿੰਦਾ ਹੈ, ਜੀਵਨ, ਕਿਉਂਕਿ ਪਾਣੀ ਦੇ ਵਿੱਚ ਜੀਵ ਹਨ, ਉਹਨਾਂ ਤੋਂ ਜੀਵਨ ਮਿਲ ਰਿਹਾ ਹੈ। ਕਹਿੰਦੇ ਇੱਥੇ ਵੀ ਸੂਤਕ ਪਾਤਕ ਤਾਂ ਚੱਲੀ ਜਾਂਦਾ ਕੰਟੀਨਿਊ। ਮਹਾਰਾਜ ਕਹਿੰਦੇ ਸੂਤਕ ਕਿਉਂ ਕਰ ਰੱਖੀਏ, ਸੂਤਕ ਪਵੇ ਰਸੋਏ। ਕਹਿੰਦੇ ਸੂਤਕ ਤੋਂ ਫਿਰ ਦੱਸੋ ਕਿਵੇਂ ਬਚ ਸਕਦੇ ਹਾਂ ਅਸੀਂ? ਤੁਸੀਂ ਤਾਂ ਕਿਹਾ ਵੀ ਇੱਕ ਬੱਚਾ ਘਰ ਵਿੱਚ ਪੈਦਾ ਹੋਇਆ ਤਾਂ ਸੂਤਕ ਹੋਇਆ ਏ। ਕਹਿੰਦੇ ਇੱਥੇ ਪਤਾ ਨਹੀਂ ਕਿੰਨੇ ਜੀਵ ਪੈਦਾ ਹੋ ਚੁੱਕੇ ਨੇ, ਕਿੰਨੇ ਮਰ ਚੁੱਕੇ ਨੇ। ਕਹਿੰਦੇ ਤੁਸੀਂ ਕਹਿੰਦੇ ਹੋ ਸੂਤਕ ਵਾਲਾ ਵਿਅਕਤੀ ਰਸੋਈ ਵਿੱਚ ਨਹੀਂ ਜਾ ਸਕਦਾ। ਕਹਿੰਦੇ ਰਸੋਈ ਵਿੱਚ ਹੀ ਸੂਤਕ ਪਾਤਕ ਹੋ ਰਿਹਾ, ਕਿੰਨੇ ਜੀਵ ਪੈਦਾ ਹੋ ਰਹੇ ਨੇ ਭੋਜਨ ਵਿੱਚ, ਕਿੰਨੇ ਮਰ ਰਹੇ ਨੇ। ਸੂਤਕ ਪਵੇ ਰਸੋਏ। ਕਹਿੰਦੇ ਦੱਸੋ ਕਿਵੇਂ ਬਚ ਸਕਦੇ ਸੂਤਕ ਤੋਂ ਅਸੀਂ? ਇਸ ਕਰਕੇ ਮਹਾਰਾਜ ਨੇ ਇਹ ਸਾਰੀਆਂ ਉਦਾਹਰਨਾਂ ਦੇ ਕੇ ਸੂਤਕ ਪਾਤਕ ਦੇ ਵਹਿਮ ਤੋਂ ਸਾਨੂੰ ਬਾਹਰ ਕੱਢ ਦਿੱਤਾ। ਆਖਿਆ ਇਹੋ ਜਿਹਾ ਕਿਸੇ ਤਰ੍ਹਾਂ ਦਾ ਕੋਈ ਭਰਮ ਸਿੱਖ ਨੇ ਨਹੀਂ ਰੱਖਣਾ। ਸਿੱਖ ਵਾਸਤੇ ਕੀ ਮਰਿਆਦਾ? ਜਦੋਂ ਘਰ ਵਿੱਚ ਬੱਚਾ ਪੈਦਾ ਹੋਇਆ, ਮਾਂ ਉੱਠ ਕੇ ਬੈਠਣ ਲੱਗ ਪਈ, ਤੁਰਨ ਫਿਰਨ ਯੋਗ ਹੋ ਗਈ, ਤਾਂ ਉਹ ਇਸ਼ਨਾਨ ਪਾਣੀ ਕਰਕੇ ਗੁਰਦੁਆਰਾ ਸਾਹਿਬ ਆਵੇ, ਕੜਾਹ ਪ੍ਰਸ਼ਾਦ ਲੈ ਕੇ ਆਉਣ। ਇੱਥੇ ਆ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ। ਬੱਚੇ ਦੇ ਨਾਮ ਕਰਨ ਵਾਸਤੇ ਮਹਾਰਾਜ ਤੋਂ ਹੁਕਮ ਲੈ ਕੇ ਨਾਮ ਰੱਖਿਆ ਜਾਏ। ਦਿਨਾਂ ਦੀ ਕੋਈ ਵਿਚਾਰ ਨਹੀਂ ਹੈਗੀ, ਦਿਨਾਂ ਦੀ ਕੋਈ ਵਿਚਾਰ ਨਹੀਂ। ਹੁਣ ਜੇ ਨਾਰਮਲ ਬੱਚਾ ਪੈਦਾ ਹੋਇਆ ਤੇ ਬੀਬੀਆਂ ਆਮ ਤੌਰ 'ਤੇ ਦੂਸਰੇ ਤੀਸਰੇ ਦਿਨ ਆਪਦੇ ਘਰ ਦੇ ਕੰਮਕਾਰਾਂ ਵਿੱਚ ਲੱਗ ਜਾਂਦੀਆਂ ਨੇ। ਹੁਣ ਵਿਦੇਸ਼ਾਂ ਵਿੱਚ ਤੁਸੀਂ ਵੇਖਦੇ ਹੋ, ਬਾਹਰਲੇ ਮੁਲਕਾਂ ਵਿੱਚ, ਉੱਥੇ ਜੇ ਸੂਤਕ ਪਾਤਕ 21 ਦਿਨ ਡੀਕੀ ਜਾਣ, ਸਵਾ ਮਹੀਨਾ, ਤੇ ਕੰਮਕਾਰ ਕੌਣ ਕਰੇ? ਕੰਮਕਾਰ ਕੌਣ ਕਰੇਗਾ? ਕਈ ਵਾਰ ਬੀਬੀਆਂ ਇਕੱਲੀਆਂ ਨੇ, ਉੱਥੇ ਬੱਚਾ ਪੈਦਾ ਹੋਇਆ, ਪਤੀ ਨੇ ਜੌਬ 'ਤੇ ਜਾਣਾ ਤੇ ਬੀਬੀ ਆਖੇ ਵੀ ਮੈਂ ਤੇ ਸੂਤਕ ਵਾਲੀ ਹਾਂ ਤੇ ਮੈਂ ਤੇ ਹੁਣ 21 ਦਿਨ ਰਸੋਈ ਵਿੱਚ ਪੈਰ ਹੀ ਨਹੀਂ ਪਾਉਣਾ, ਤੇ ਫਿਰ ਹੁਣ ਸਾਰਾ ਕੰਮਕਾਰ ਕੌਣ ਕਰੇਗਾ? ਕੰਮਕਾਰ ਕੌਣ ਕਰੇਗਾ? ਸੋ ਇਸ ਕਰਕੇ ਇਹ ਵਹਿਮਾਂ 'ਚੋਂ ਸਤਿਗੁਰੂ ਨੇ ਸਾਨੂੰ ਬਾਹਰ ਕੱਢਿਆ। ਤੇ ਮਹਾਰਾਜ ਕਹਿੰਦੇ ਨੇ ਨਾਨਕ ਸੂਤਕ ਏਮ ਨਾ ਉਤਰੈ, ਗਿਆਨ ਉਤਾਰੇ ਧੋਏ। ਕਹਿੰਦੇ ਜੋ ਪੁਜਾਰੀ ਨੇ ਗੱਲਾਂ ਪ੍ਰਚਲਿਤ ਕੀਤੀਆਂ ਕਿ ਮੈਂ ਆ ਕੇ ਮੰਤਰ ਪੜਾਂਗਾ, ਹਵਨ ਕਰਾਂਗਾ ਤਾਂ ਸੂਤਕ ਦੂਰ ਹੋਵੇਗਾ, ਸਤਿਗੁਰੂ ਕਹਿੰਦੇ ਇਸ ਵਹਿਮ ਵਿੱਚ ਪੈਣ ਦੀ ਲੋੜ ਨਹੀਂ ਸਿੱਖ ਨੂੰ। ਅਸਲ ਵਿੱਚ ਜਦੋਂ ਗੁਰੂ ਦਾ ਗਿਆਨ ਸਾਡੇ ਪੱਲੇ ਹੋਇਆ ਤਾਂ ਅਸੀਂ ਇਸ ਵਹਿਮ ਵਿੱਚ ਪਵਾਂਗੇ ਹੀ ਨਹੀਂ। ਇਹ ਸੂਤਕ ਦਾ ਵਹਿਮ ਗੁਰੂ ਦਾ ਗਿਆਨ ਆਪਣੇ ਆਪ ਹੀ ਦੂਰ ਕਰ ਦੇਵੇਗਾ। ਜਨਮ ਅਤੇ ਮੌਤ ਇਹ ਤੇ ਰੱਬੀ ਭਾਣੇ ਵਿੱਚ ਹੁਕਮ ਵਿੱਚ ਹੈ। ਇਸ ਕਰਕੇ ਇਹੋ ਜਿਹੇ ਕਿਸੇ ਵਹਿਮ ਦੇ ਵਿੱਚ ਸਿੱਖ ਨੇ ਨਹੀਂ ਪੈਣਾ। ਸੋ ਇਹਦੇ ਅਗਲੇ ਸਲੋਕਾਂ ਵਿੱਚ ਮਹਾਰਾਜ ਨੇ ਬੜੀ ਵਿਸਥਾਰ ਸਹਿਤ ਸੂਤਕ ਤੇ ਪਾਤਕ ਦੀ ਗੱਲ ਸਾਡੇ ਸਾਹਮਣੇ ਰੱਖੀ ਹੈ। ਉਹ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਸਾਂਝੀ ਕਰਾਂਗੇ।
ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਨਾ ਚਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।